गुड मॉर्निंग स्टूडेंट्स, प्यारे बच्चों। ਅੱਜ ਅਸੀਂ ਜਿਹੜਾ ਟੌਪਿਕ ਡਿਸਕਸ ਕਰਾਂਗੇ that is the gripper or the projectile weft insertion। ਜਿਸ ਤਰ੍ਹਾਂ ਅਸੀਂ ਆਪਣੇ ਲਾਸਟ ਟੌਪਿਕ ਦੇ ਵਿੱਚ ਅਸੀਂ ਸ਼ਟਰਲੈਸ ਵੀਵਿੰਗ ਟੌਪਿਕ ਸ਼ੁਰੂ ਕੀਤੇ ਤਾਂ ਹੀ ਉਸ ਦੇ ਅੰਦਰ ਅਸੀਂ ਆਪਣੇ ਟੌਪਿਕ ਦੇ ਵਿੱਚ ਮੇਨਲੀ 에ਅਰ ਜੈਟ ਵੀਵਿੰਗ ਅਤੇ ਵਾਟਰ ਜੈਟ ਵੀਵਿੰਗ ਆਲਰੇਡੀ ਡਿਸਕਸ ਕਰ ਚੁੱਕੇ ਹਾਂ। 에ਅਰ ਜੈਟ ਵੀਵਿੰਗ ਦੇ ਵਿੱਚ ਅਸੀਂ ਦੱਸਿਆ ਸੀ ਕਿ ਅਸੀਂ ਸ਼ੈਡ ਦੇ ਵਿੱਚ ਪਿਕ ਇਨਸਰਟ ਕਰਦੇ ਹਾਂ with the help of air pressure and next ਸਾਡੀ ਜਿਹੜੀ 2 ਨੰਬਰ ਸ਼ਟਰਲੈਸ ਲੂਮ ਸੀ ਉਹ ਸੀ ਸਾਡੀ ਵਾਟਰ ਜੈਟ ਲੂਮ, ਜਿਸ ਦੇ ਵਿੱਚ ਅਸੀਂ ਦੱਸਿਆ ਸੀ ਕਿ ਅਸੀਂ ਸ਼ੈਡ ਦੇ ਵਿੱਚ ਪਿਕ ਇਨਸਰਟ ਕਰਦੇ ਹਾਂ with the help of water pressure। now third ਸਾਡੀ ਜਿਹੜੀ ਸ਼ਟਰਲੈਸ ਲੂਮ ਹੈ that is your gripper and the projectile weft insertion, ਜਿਹਦੇ ਵਿੱਚ ਅਸੀਂ ਕੱਪੜੇ ਦੇ ਵਿੱਚ ਜਾਂ ਸ਼ੈਡ ਦੇ ਵਿੱਚ ਅਸੀਂ ਪਿਕ ਇਨਸਰਟ ਕਰਦੇ ਹਾਂ with the help of gripper or projectile, ਜਿਸ ਕਰਕੇ ਇਸ ਲੂਮ ਦਾ ਨਾਮ ਜਿਹੜਾ ਦਿੱਤਾ ਗਿਆ that is your gripper loom or projectile loom। ਇਸ ਲੂਮ ਦੇ ਵਿੱਚ ਫਸਟ ਆਫ ਆਲ ਅਸੀਂ ਇਹਦੀ ਥੋੜੀ ਇੰਟਰੋਡਕਸ਼ਨ ਪੜਾਂਗੇ ਇਸ gripper or projectile loom ਦੀ। ਫਸਟ ਪੁਆਇੰਟ ਉਹ ਕਹਿ ਰਿਹਾ ਇਟ ਇਜ਼ ਅ ਸ਼ਟਰਲੈਸ ਲੂਮ। ਇਹ ਵੀ ਇੱਕ ਸ਼ਟਰਲੈਸ ਲੂਮ ਹੈ, ਇੱਥੇ ਵੀ ਜਿਹੜੀ ਪਿਕ ਇਨਸਰਟ ਕੀਤੀ ਜਾਂਦੀ ਹੈ ਵਿਦਆਊਟ ਦੀ ਯੂਜ਼ ਆਫ ਸ਼ਟਲ, ਸੋ ਇਸ ਕਰਕੇ ਇਹ ਵੀ ਲੂਮ ਜਿਹੜੀ ਹੈ ਸਾਡੀ ਸ਼ਟਰਲੈਸ ਲੂਮ ਹੈ। ਵੈਫਟ ਇਨਸਰਸ਼ਨ ਟੇਕ ਪਲੇਸ ਵਿਦ ਦੀ ਹੈਲਪ ਆਫ ਪ੍ਰੋਜੈਕਟਾਈਲ which is made up of steel or metal। ਇਸ ਗ੍ਰਿਪਰ ਔਰ ਪ੍ਰੋਜੈਕਟਾਈਲ ਲੂਮ ਦੇ ਵਿੱਚ ਅਸੀਂ ਵੈਫਟ ਇਨਸਰਟ ਕਰਦੇ ਹਾਂ ਵਿਦ ਦੀ ਹੈਲਪ ਆਫ ਪ੍ਰੋਜੈਕਟਾਈਲ। ਇਹ ਦੇਖੋ ਰਾਈਟ ਸਾਈਡ ਤੇ ਇਹਦੀ ਪਿਕਚਰ ਹੈ, ਇਸ ਤਰ੍ਹਾਂ ਦਾ ਇਹ ਸਟੀਲ ਦਾ ਪ੍ਰੋਜੈਕਟਾਈਲ ਹੁੰਦਾ ਹੈ, ਠੀਕ ਹੈ। ਇਹ ਅੱਗੇ ਦੋ ਜॉज ਲੱਗੇ ਹੁੰਦੇ ਨੇ, ਜਿਹੜਾ ਇੱਥੇ ਵੈਫਟ ਦਾ ਧਾਗਾ ਜਿਸਨੇ ਫੜਿਆ ਹੁੰਦਾ ਇੱਥੇ ਵੈਫਟ ਦਾ ਧਾਗਾ ਗ੍ਰਿਪ ਹੁੰਦਾ ਹੈ ਇਸ ਪੋਜੀਸ਼ਨ ਤੇ। ਇਹ ਜਿਹੜਾ ਪ੍ਰੋਜੈਕਟਾਈਲ ਹੈ ਵੈਫਟ ਦਾ ਧਾਗਾ, ਇਹਦੇ ਅੱਗੇ ਇਸ ਪ੍ਰੋਜੈਕਟਾਈਲ ਦੇ ਅੱਗੇ ਦੋ ਜਾਜ਼ ਹੁੰਦੇ ਨੇ, ਉਹ ਜਾਜ਼ ਵੈਫਟ ਦਾ ਧਾਗਾ ਪਕੜਦੇ ਨੇ, ਠੀਕ ਹੈ। ਸੋ ਇਸ ਨੂੰ ਪ੍ਰੋਜੈਕਟਾਈਲ ਕਹਿੰਦੇ ਨੇ ਜੋ ਕਿ ਮੈਟਲ ਜਾਂ ਸਟੀਲ ਦਾ ਬਣਿਆ ਹੁੰਦਾ ਹੈ। ਪ੍ਰੋਜੈਕਟਾਈਲ ਵਿਚ ਇਜ਼ ਯੂਜ਼ਡ ਹੈਜ਼ ਅ ਮਾਸ ਅਰਾਊਂਡ 40 ਗ੍ਰਾਮ। ਇਹ ਜਿਹੜਾ ਪ੍ਰੋਜੈਕਟਾਈਲ ਜਿਹੜਾ ਵੈਫਟ ਇਨਸਰਟ ਕਰਦਾ ਹੈ ਥਰੂ ਦਾ ਡਿਵਾਈਡਡ ਵਾਰ on the weaving machine, ਇਹਦਾ ਜਿਹੜਾ weight ਹੁੰਦਾ ਹੈ that is your 40 ਗ੍ਰਾਮ, 40 ਗ੍ਰਾਮ, ਬਹੁਤ ਲਾਈਟ weight ਹੁੰਦਾ ਹੈ, ਠੀਕ ਹੈ। any type of yarn can be woven, light cotton, wool, silk, filament etc। ਤੁਸੀਂ ਇਸ ਮਸ਼ੀਨ ਤੇ ਕਿਸੇ ਵੀ ਤਰ੍ਹਾਂ ਦਾ ਧਾਗਾ ਯੂਜ਼ ਕਰਕੇ ਉਹਨੂੰ ਐਜ਼ ਅ ਵੈਫਟ ਇਨਸਰਟ ਕਰ ਸਕਦੇ ਹੋ with the help of this projectile that is your cotton, wool, silk ਜਾਂ filament yarn, ਕਿਸੇ ਵੀ ਤਰ੍ਹਾਂ ਦਾ ਤੁਸੀਂ ਧਾਗਾ ਯੂਜ਼ ਕਰ ਸਕਦੇ ਹੋ ਐਜ਼ ਅ ਵੈਫਟ। Usually 10 to 20 projectile are associated with the loom and can be more depending upon the width of the fabric or loom। Normally machine ਦੇ ਵਿੱਚ ਅਸੀਂ 10 ਤੋਂ 12 projectile use ਕਰਦੇ ਹਾਂ, but ਅਸੀਂ ਜ਼ਿਆਦਾ ਵੀ use ਕਰ ਸਕਦੇ ਹਾਂ, that depends ਕਿ machine ਦੀ width ਕੀ ਹੈ ਜਾਂ fabric ਦੀ width ਕੀ ਹੈ। ਕਈ ਵਾਰ ਅਗਰ ਸਿੰਗਲ width loom ਹੋਏਗੀ ਤਾਂ ਉੱਥੇ ਸਾਨੂੰ projectile ਘੱਟ ਚਾਹੀਦੇ ਨੇ, ਅਗਰ ਸਾਡੀ ਡਬਲ width loom ਹੋਏਗੀ ਤਾਂ ਉੱਥੇ ਉਨੇ ਹੀ ਨੰਬਰ ਆਫ projectile ਜ਼ਿਆਦਾ ਚਾਹੀਦੇ ਨੇ। ਇਹ ਤੁਸੀਂ ਇੰਨਾ ਧਿਆਨ ਰੱਖਣਾ ਕਿ projectile loom ਦੇ ਵਿੱਚ ਇੱਕ ਹੀ projectile ਨਹੀਂ ਹੁੰਦਾ ਜਿਹੜਾ ਵੈਫਟ ਇਨਸਰਟ ਕਰਦਾ ਹੈ। ਇਸ ਮਸ਼ੀਨ ਦੇ ਉੱਤੇ ਨੰਬਰ ਆਫ projectile ਯੂਜ਼ ਹੁੰਦੇ ਨੇ ਐਟ ਅ ਟਾਈਮ। ਇੱਕ ਮਸ਼ੀਨ ਦੇ ਉੱਤੇ ਨੰਬਰ ਆਫ projectile ਯੂਜ਼ ਹੁੰਦੇ, ਜਿਸ ਤਰ੍ਹਾਂ ਇਹ ਕਹਿ ਰਿਹਾ ਕਿ 10 ਤੋਂ 12 projectile नॉर्मली यूज करते हैं, पर अगर कपड़े की विड्थ या मशीन की विड्थ ज़्यादा आएगी तो उन्ने नंबर ऑफ प्रोजेक्टाइल ज़्यादा वध जाएंगे। 16 या 17 भी हो सकते हैं, दैट डिपेंड्स की विड्थ की है फैब्रिक की या मशीन की विड्थ की है। सो एक मशीन से सिर्फ एक ही प्रोजेक्टाइल काम नहीं करता, जिस तरह शटल लूम से एक ही शटल, एक या दो शटल काम करती है, वो मिलकर सारा कपड़ा वीव कर देती है। बट प्रोजेक्टाइल लूम से नंबर ऑफ प्रोजेक्टाइल अही यूज करते हैं जो कि मिलके कपड़े नूं वूवन करते हैं ऑन द वीविंग मशीन ते। नैक्सट है एक जनरल पैसेज है कि प्रोजेक्टाइल लूम ते तुहाडा जिहड़ा वैफ्ट है वो किस तरह पास होता है। असी इस प्रोजेक्टाइल लूम ते फर्स्ट ऑफ ऑल दिस इज योर पैकेज, दिस इज योर वैफ्ट ब्रेक, दिस इज योर वैफ्ट टेंशनर, दिस इज योर वैफ्ट फीडर, दिस इज योर पिकिंग आर्म, सीजर जिसनों असी कटर भी करने, ये तुहाडा ग्रिपर हो गया, ये तुहाडे रिब्ड गाइड हो गए जिहदे विचों प्रोजेक्टाइल ने वैफ्ट का धागा लैके पास होना है। यह सारी विड्थ एंड तक होंगे ने। देखो ये गाइड लगे होंगे ने रीड के फ्रंट ते, रीड के उत्ते स्ले रेस ते फिट होंगे ने, ठीक है।
ਰੀਡ ਦੇ ਫਰੰਟ ਤੇ ਇਹ ਫਿੱਟ ਹੁੰਦੇ ਨੇ, ਇਹ ਗਾਈਡ, ਇਸ ਗਾਈਡ ਦੇ ਵਿੱਚੋਂ ਇਹ ਸਾਡਾ ਪ੍ਰੋਜੈਕਟਾਈਲ ਪਾਸ ਹੁੰਦਾ ਹੈ ਵੈਫਟ ਨੂੰ ਉਹਨੇ ਗ੍ਰਿਪ ਕੀਤਾ ਹੁੰਦਾ ਤੇ ਵੈਫਟ ਨੂੰ ਲੈ ਕੇ ਉਹ ਇਸ ਗਾਈਡ ਦੇ ਵਿੱਚੋਂ ਪਾਸ ਹੁੰਦਾ ਹੈ। ਇਹ ਸਾਰੇ ਗਾਈਡ ਸਾਰੀ ਮਸ਼ੀਨ ਵਿਡਥ ਤੇ ਲੱਗੇ ਹੁੰਦੇ ਨੇ, ਇੱਥੋਂ ਗਾਈਡ ਤੋਂ ਪਾਸ ਹੋ ਕੇ ਠੀਕ ਹੈ ਇਹ ਅੱਗੇ ਗਾਂ ਫਰਦਰ ਰਿਸੀਵਿੰਗ ਸਾਈਡ ਤੇ ਪਹੁੰਚ ਜਾਂਦਾ ਹੈ। ਰਿਸੀਵਿੰਗ ਸਾਈਡ ਤੋਂ ਉਹਦੀ ਬ੍ਰੇਕਸ ਵਗੈਰਾ ਹੁੰਦੀਆਂ, ਇਹ ਕਟਰ ਲੱਗੇ ਹੁੰਦੇ ਨੇ, ਇੱਕ ਕਟਰ ਇੱਧਰ ਲੈਫਟ ਸਾਈਡ ਹੁੰਦਾ ਮਸ਼ੀਨ ਦੀ ਲੈਫਟ ਸਾਈਡ ਤੇ ਹੁੰਦਾ, ਇੱਕ ਕਟਰ ਰਾਈਟ ਸਾਈਡ ਤੇ ਹੁੰਦਾ। ਜਦੋਂ ਸਾਡੇ ਪ੍ਰੋਜੈਕਟਾਈਲ ਵੈਫਟ ਲੈ ਕੇ ਰਿਸੀਵਿੰਗ ਸਾਈਡ, ਦਿਸ ਇਜ਼ ਯੋਰ ਰਿਸੀਵਿੰਗ ਸਾਈਡ, ਇਹ ਤੁਹਾਡੀ ਰਿਸੀਵਿੰਗ ਸਾਈਡ ਹੈ। ਜਦੋਂ ਪ੍ਰੋਜੈਕਟਾਈਲ ਵੈਫਟ ਦਾ ਧਾਗਾ ਲੈ ਕੇ ਰਿਸੀਵਿੰਗ ਸਾਈਡ ਤੇ ਪਹੁੰਚ ਜਾਂਦਾ ਉਸ ਤੇ ਬ੍ਰੇਕਸ ਲੱਗਦੀਆਂ ਹਨ। ਕਟਰ ਇੱਧਰ ਵੀ ਪ੍ਰੋਵਾਈਡ ਕੀਤਾ ਹੁੰਦਾ, ਕਟਰ ਲੈਫਟ ਸਾਈਡ ਤੇ ਪ੍ਰੋਵਾਈਡ ਹੈ, ਤਾਂ ਇਹ ਦੋਨੇ ਕਟਰ ਕੀ ਹੈ ਵੈਫਟ ਦਾ ਧਾਗਾ ਕੱਢ ਦਿੰਦੇ ਨੇ। ਇਹ ਗ੍ਰਿਪਰ, ਇੱਕ ਇਹ ਗ੍ਰਿਪਰ ਹੈ, ਇੱਕ ਇਹ ਗ੍ਰਿਪਰ ਹੈ, ਇਹ ਗ੍ਰਿਪਰ ਵੈਫਟ ਦਾ ਧਾਗਾ ਫੜ ਲੈਂਦੇ ਨੇ ਆਫਟਰ ਕਟਿੰਗ ਤੇ ਟਕਿੰਗ ਨੀਡਲ ਆਉਂਦੀ ਹੈ ਤੇ ਉਸ ਕਟੇ ਵੈਫਟ ਦੇ ਧਾਗੇ ਨੂੰ ਸੈਲਵੇਜ ਦੇ ਵਿੱਚ ਵੀਵ ਕਰ ਦਿੰਦੀ ਹੈ ਤੇ ਸਾਡਾ ਸੈਲਵੇਜ ਫਾਰਮੇਸ਼ਨ ਹੋ ਜਾਂਦਾ on the both side of the fabric with the help of gripper। so normally ਵੈਫਟ ਦਾ ਧਾਗਾ ਅਸੀਂ ਡਾਇਰੈਕਟਲੀ ਕੋਨ ਫਿੱਟ ਕਰ ਦਿੰਦੇ ਕਰੀਲ ਤੇ ਕੋਨ ਤੋਂ ਲੈ ਕੇ, ਇਹ ਵੈਫਟ ਦਾ ਧਾਗਾ ਸਾਡਾ ਇੱਥੇ ਅਗਰ ਪ੍ਰੋਵਾਈਡਰ ਲੱਗਾ ਤਾਂ ਪ੍ਰੋਵਾਈਡਰ ਤੋਂ ਪਾਸ ਹੋਏਗਾ। ਨੈਕਸਟ ਵੈਫਟ ਬ੍ਰੇਕ ਹੁੰਦੀ ਹੈ ਜੋ ਕਿ ਵੈਫਟ ਦੇ ਧਾਗੇ ਤੇ ਬ੍ਰੇਕ ਲਗਾਉਣ ਲਈ ਪ੍ਰੋਵਾਈਡ ਕੀਤੀ ਹੁੰਦੀ ਹੈ, that is your tensioner compensator। ਇਹ ਜਿਹੜਾ ਟੈਂਸ਼ਨਰ ਕੰਪਨਸੇਟਰ ਹੈ ਇਹ ਉੱਤੇ ਨੂੰ ਮੂਵ ਕਰੇਗਾ ਤੇ ਡਾਊਨਵਰਡ ਮੂਵ ਕਰੇਗਾ, ਇਹਦੀ ਪੋਜੀਸ਼ਨ ਚੇਂਜ ਹੁੰਦੀ ਰਹਿੰਦੀ ਹੈ ਵਿਦ ਦੀ ਮੂਵਮੈਂਟ ਆਫ ਪ੍ਰੋਜੈਕਟਾਈਲ। ਠੀਕ ਹੈ, ਇਹ ਵੈਫਟ ਫੀਡਰ ਹੈ ਜੋ ਕਿ ਜਿਸਨੇ ਵੈਫਟ ਦਾ ਧਾਗਾ ਫੜਿਆ ਹੁੰਦਾ ਹੈ ਇਹ ਵੈਫਟ ਦੇ ਧਾਗੇ ਨੂੰ ਫੀਡ ਕਰਦਾ ਹੈ, ਕਿਹਨੂੰ, ਪ੍ਰੋਜੈਕਟਾਈਲ ਨੂੰ। ਇਹ ਜਿਹੜਾ ਵੈਫਟ ਦਾ ਧਾਗਾ ਕੀ ਹੈ ਇਸ ਫੀਡਰ ਨੇ ਫੜਿਆ ਹੁੰਦਾ ਤੇ ਇਹ ਜਿਹੜਾ ਫੀਡਰ ਹੈ ਇਹ ਵੈਫਟ ਦਾ ਧਾਗਾ ਫੀਡ ਕਰਦਾ ਟੂ ਦਾ ਪ੍ਰੋਜੈਕਟਾਈਲ ਜਿਹੜਾ ਵੈਫਟ ਦਾ ਧਾਗਾ ਹੈ ਇਸ ਫੀਡਰ ਤੋਂ ਫੜਦਾ ਹੈ। ਠੀਕ ਹੈ, ਇਹ ਪਿਕਿੰਗ ਆਰਮ ਹੁੰਦੀ ਹੈ ਜਿਹੜੀ ਕਿ ਪ੍ਰੋਜੈਕਟਾਈਲ ਨੂੰ ਪੁਸ਼ ਕਰਦੀ ਹੈ ਕਿ ਉਹ ਲੈਫਟ ਸਾਈਡ ਤੋਂ ਰਾਈਟ ਸਾਈਡ ਵੱਲ ਮੂਵ ਕਰ ਜਾਵੇ। ਇਹ ਉਸਨੂੰ ਪਿੱਛੋਂ, ਜਿਸ ਨੂੰ ਅਸੀਂ ਪੰਜਾਬੀ ਚ ਕਹੀਏ ਕਿ ਅਗਰ ਉਸਨੂੰ ਧੱਕਾ ਦਿੰਦਾ ਹੈ, ਪੁਸ਼ ਕਰਦਾ ਉਸਨੂੰ ਜ਼ੋਰ ਦੀ, ਇਹ ਜਿਹੜਾ ਪਿਕਿੰਗ ਆਰਮ ਹੈ ਉਸਨੂੰ ਪ੍ਰੋਜੈਕਟਾਈਲ ਨੂੰ ਪੁਸ਼ ਕਰਦੀ ਹੈ ਕਿ ਉਹ ਲੈਫਟ ਸਾਈਡ ਤੋਂ ਰਾਈਟ ਸਾਈਡ ਵੱਲ ਮੂਵ ਹੋ ਜਾਏ ਵਿਦ ਦੀ ਵੈਫਟ। ਜਦੋਂ ਪ੍ਰੋਜੈਕਟਾਈਲ ਵੈਫਟ ਨੂੰ ਲੈ ਕੇ ਸ਼ੈਡ ਦੇ ਵਿੱਚੋਂ ਪਾਸ ਹੁੰਦਾ ਹੈ, ਇਹ ਜਿਹੜੇ ਰਿਬਡ ਗਾਈਡ ਲੱਗੇ ਹੁੰਦੇ ਨੇ ਇਹਨਾਂ ਵਿੱਚੋਂ ਜਿਹੜਾ ਪ੍ਰੋਜੈਕਟਾਈਲ ਦੀ ਮੂਵਮੈਂਟ ਹੁੰਦੀ ਹੈ ਤੇ ਉਹ ਰਾਈਟ ਸਾਈਡ ਤੇ ਪਹੁੰਚ ਜਾਂਦਾ ਹੈ। ਰਿਸੀਵਿੰਗ ਸਾਈਡ ਜਿਹਨੂੰ ਅਸੀਂ ਕਹਿੰਦੇ ਰਾਈਟ ਸਾਈਡ ਤੇ ਜਾ ਕੇ ਉਸ ਤੇ ਬ੍ਰੇਕਸ ਵਗੈਰਾ ਲੱਗਦੀ ਹੈ। ਠੀਕ ਹੈ, ਉਸ ਤੋਂ ਬਾਅਦ ਮਸ਼ੀਨ ਤੇ ਦੋਨਾਂ ਸਾਈਡ ਤੇ ਕਟਰ ਲੱਗੇ ਹੁੰਦੇ ਨੇ, ਇਹ ਕਟਰ ਵੈਫਟ ਦਾ ਧਾਗਾ ਕੱਢ ਦਿੰਦੇ ਨੇ। ਕੱਟਣ ਤੋਂ ਬਾਅਦ ਇਹ ਵਾਲੇ ਜਿਹੜੇ ਗ੍ਰਿਪਰ ਹੈ ਮਸ਼ੀਨ ਦੇ ਦੋਨਾਂ ਸਾਈਡ ਤੇ ਇਹ ਉਸਨੂੰ ਪਕੜ ਲੈਂਦੇ ਨੇ ਤੇ ਨਾਲ ਹੀ ਸਾਡੀ ਟਕਿੰਗ ਨੀਡਲ ਆਉਂਦੀ ਹੈ ਤੇ ਉਸ ਕਟੇ ਹੋਏ ਵੈਫਟ ਦੇ ਧਾਗੇ ਨੂੰ ਸੈਲਵੇ ਦੇ ਵਿੱਚ ਵੀਵ ਕਰ ਦਿੰਦੀ ਹੈ ਤੇ ਸਾਡਾ ਸੈਲਵੇਜ ਫਾਰਮੇਸ਼ਨ ਹੋ ਜਾਂਦਾ ਹੈ। ਇਹ ਸਾਰਾ ਇੱਕ ਜਨਰਲ ਪੈਸੇਜ ਸੀ ਕਿ ਪ੍ਰੋਜੈਕਟਾਈਲ ਲੂਮ ਦੇ ਵਿੱਚ ਵੈਫਟ ਕਿਸ ਤਰ੍ਹਾਂ ਪਾਸ ਹੁੰਦਾ ਹੈ। ਜਿਹੜਾ ਨੈਕਸਟ ਹੈ ਹੁਣ ਅਸੀਂ ਕਰਾਂਗੇ ਵੈਫਟ ਇੰਸਰਸ਼ਨ ਸਾਈਕਲ ਆਫ ਗ੍ਰਿਪਰ ਔਰ ਪ੍ਰੋਜੈਕਟਾਈਲ ਲੂਮ। ਜਿਸ ਤਰ੍ਹਾਂ ਅਸੀਂ ਵਾਟਰ ਜੈਟ ਲੂਮ ਦਾ ਵੈਫਟ ਇੰਸਰਸ਼ਨ ਸਾਈਕਲ ਕੀਤਾ ਸੀ ਕਿ ਉਸ ਦਾ ਜਿਹੜਾ ਟੋਟਲ ਮਸ਼ੀਨ ਦੇ ਵਿੱਚ ਜੋ ਵੈਫਟ ਜਿੱਥੋਂ ਸਟਾਰਟ ਹੋਇਆ, ਕਿਸ ਤਰ੍ਹਾਂ ਵੈਫਟ ਸਟਾਰਟ ਹੋ ਰਿਹਾ, ਉਸ ਨੂੰ ਅਸੀਂ ਟੋਟਲ ਵੈਫਟ ਇੰਸਰਸ਼ਨ ਸਾਈਕਲ ਨੂੰ ਸਟੇजेस ਦੇ ਵਿੱਚ ਡਿਵਾਈਡ ਕੀਤਾ ਹੈ। ਇਸੇ ਤਰ੍ਹਾਂ ਹੀ ਅਸੀਂ ਪ੍ਰੋਜੈਕਟਾਈਲ ਜਾਂ ਗ੍ਰਿਪਰ ਲੂਮ ਦੇ ਵੈਫਟ ਇੰਸਰਸ਼ਨ ਸਾਈਕਲ ਨੂੰ 6 ਸਟੇजेस ਦੇ ਵਿੱਚ ਡਿਵਾਈਡ ਕੀਤਾ ਹੈ। ਦੇਖੋ, ਫਸਟ ਸਟੇਜ, ਸੈਕੰਡ ਸਟੇਜ, ਥਰਡ ਸਟੇਜ, ਫੋਰਥ ਸਟੇਜ, ਫਿਫਥ ਸਟੇਜ ਤੇ ਸਿਕਸਥ ਸਟੇਜ। ਸੋ ਅਸੀਂ ਟੋਟਲ ਪਿਕਿੰਗ ਸਾਈਕਲ ਨੂੰ 6 ਸਟੇजेस ਦੇ ਵਿੱਚ ਡਿਵਾਈਡ ਕੀਤਾ ਹੈ ਕਿ ਪਹਿਲੀ ਸਟੇਜ ਦੇ ਵਿੱਚ ਕੀ ਹੋ ਰਿਹਾ ਹੈ, ਸੈਕੰਡ ਸਟੇਜ ਦੇ ਵਿੱਚ ਕੀ ਹੋ ਰਿਹਾ ਹੈ, ਥਰਡ ਸਟੇਜ ਦੇ ਵਿੱਚ ਕੀ ਐਕਸ਼ਨ ਹੋ ਰਿਹਾ ਹੈ, ਫੋਰਥ ਦੇ ਵਿੱਚ ਕੀ ਐਕਸ਼ਨ ਹੋ ਰਿਹਾ ਹੈ, ਫਿਫਥ ਦੇ ਵਿੱਚ ਕੀ ਐਕਸ਼ਨ ਹੋ ਰਿਹਾ ਤੇ ਸਿਕਸਥ ਦੇ ਵਿੱਚ ਕੀ ਐਕਸ਼ਨ ਹੋ ਰਿਹਾ। ਸੋ ਟੋਟਲ ਪਿਕਿੰਗ ਸਾਈਕਲ ਨੂੰ ਅਸੀਂ ਕੀ ਹੈ 6 ਸਟੇजेस ਦੇ ਵਿੱਚ ਡਿਵਾਈਡ ਕੀਤਾ ਹੈ। ਇਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਫਸਟ ਸਟੇਜ ਤੇ ਕਿ ਜਿਹੜਾ ਵੈਫਟ ਦਾ ਧਾਗਾ ਅਸੀਂ ਪੈਕੇਜ ਤੋਂ ਲੈਂਦੇ ਹਾਂ। ਪੈਕੇਜ ਤੋਂ ਲੈਣ ਤੋਂ ਬਾਅਦ ਇਹ ਜਿਹੜਾ ਸਾਡਾ ਵੈਫਟ ਦਾ ਧਾਗਾ ਹੈ ਇਹ ਵੈਫਟ ਬ੍ਰੇਕ ਤੋਂ ਪਾਸ ਹੁੰਦਾ ਹੈ। ਸਾਡੇ ਕੋਲ ਦੋ ਵੈਫਟ ਬ੍ਰੇਕ ਨੇ, ਇੱਕ ਟੌਪ ਤੇ ਇੱਕ ਬਾਟਮ ਦੇ, ਦੋ ਵੈਫਟ ਬ੍ਰੇਕ ਨੇ ਜੋ ਕਿ ਸਪਰਿੰਗ ਲੋਡਡ ਨੇ। ਇਹ ਦੇਖੋ ਸਪਰਿੰਗ, ਜਿਹੜਾ ਵੈਫਟ ਦਾ ਧਾਗਾ ਜੋ ਅਸੀਂ ਪੈਕੇਜ ਤੋਂ ਲਿਆ ਉਹ ਸਾਡੀ ਵੈਫਟ ਬ੍ਰੇਕ ਤੋਂ ਪਾਸ ਹੋ ਰਿਹਾ। ਵੈਫਟ ਬ੍ਰੇਕ ਵਿੱਚ ਕੀ ਹੈ ਕਿ ਸਾਡੇ ਕੋਲ ਇੱਕ ਟੌਪ ਹੈ, ਟੌਪ ਬ੍ਰੇਕ ਹੈ, ਇੱਕ ਬਾਟਮ ਬ੍ਰੇਕ ਹੈ ਤੇ ਦੋਨਾਂ ਦੇ ਵਿੱਚੋਂ ਸਾਡਾ ਵੈਫਟ ਦਾ ਧਾਗਾ ਪਾਸ ਹੋ ਰਿਹਾ ਤੇ ਇਹ ਦੋਨੇ ਵੈਫਟ ਬ੍ਰੇਕ ਕੀ ਹੈ, ਠੀਕ ਹੈ, ਇਹ ਸਾਡੀ ਸਪਰਿੰਗ ਲੋਡਡ ਨੇ। ਵਿਦ ਦੀ ਹੈਲਪ ਆਫ ਸਪਰਿੰਗ ਇੱਥੇ ਵੈਫਟ ਦੇ ਧਾਗੇ ਤੇ ਉਹ ਪ੍ਰੈਸ਼ਰ ਪਾਉਂਦੇ ਨੇ। ਠੀਕ ਹੈ, ਜਿੰਨਾ ਸਾਨੂੰ ਵੈਫਟ ਅਕੋਰਡਿੰਗ ਟੂ ਟਾਈਪ ਆਫ yarn, ਜਿਸ ਤਰ੍ਹਾਂ ਦਾ ਅਸੀਂ yarn ਯੂਜ਼ ਕਰ ਰਹੇ ਹਾਂ ਉਸ ਹਿਸਾਬ ਦੇ ਨਾਲ ਅਸੀਂ ਵਿਦ ਦੀ ਹੈਲਪ ਆਫ ਸਪਰਿੰਗ ਲੋਡਿੰਗ ਅਸੀਂ ਇਹ ਵਾਲਾ ਪ੍ਰੈਸ਼ਰ ਸੈੱਟ ਕਰ ਸਕਦੇ ਹਾਂ। ਨੈਕਸਟ, ਇਹ ਧਾਗਾ ਵੈਫਟ ਬ੍ਰੇਕ ਤੋਂ ਪਾਸ ਹੋ ਕੇ ਟੈਂਸ਼ਨਰ ਕੰਪਨਸੇਟਰ ਤੋਂ ਪਾਸ ਹੋ ਰਿਹਾ ਹੈ। ਟੈਂਸ਼ਨਰ ਕੰਪਨਸੇਟਰ, ਇਹ ਦੇਖੋ ਟੈਂਸ਼ਨਰ ਕੰਪਨਸੇਟਰ, ਇਹਦੀ ਜਿਹੜੀ ਪੋਜੀਸ਼ਨ ਹੈ, ਇਹਦੀ ਜਿਹੜੀ ਮੂਵਮੈਂਟ ਹੈ ਉਹ ਵੇਰੀ ਕਰੇਗੀ ਵਿਦ ਦੀ ਮੂਵਮੈਂਟ ਆਫ ਪ੍ਰੋਜੈਕਟਾਈਲ। ਇਹ ਦੇਖੋ ਦਿਸ ਇਜ਼ ਯੋਰ ਲੀਨੀਅਰ ਪੋਜੀਸ਼ਨ, ਇਹ ਲੀਨੀਅਰ ਪੋਜੀਸ਼ਨ ਹੈ, ਬਿਲਕੁਲ ਸਿੱਧੀ ਪੋਜੀਸ਼ਨ ਹੈ ਤੇ ਇਹ ਨਾਰਮਲ ਪੋਜੀਸ਼ਨ ਹੈ।
ਇਹ ਜਿਹੜੀ ਟੌਪ ਪੋਜੀਸ਼ਨ ਹੈ ਇਹ ਉਸ ਵੇਲੇ ਹੋਏਗੀ ਜਦੋਂ ਪ੍ਰੋਜੈਕਟਾਈਲ ਸਾਡਾ ਲੈਫਟ ਸਾਈਡ ਤੇ ਹੋਗਾ। ਜੋ ਹੀ ਪ੍ਰੋਜੈਕਟਾਈਲ ਸਾਡਾ ਰਾਈਟ ਸਾਈਡ ਰਿਸੀਵਿੰਗ ਸਾਈਡ ਵੱਲ ਪਹੁੰਚ ਜਾਏਗਾ ਤਾਂ ਸਾਡੀ ਇਹ ਲੀਨੀਅਰ ਪੋਜੀਸ਼ਨ ਤੇ ਆ ਜਾਏਗੀ। ਅਗਰ ਪ੍ਰੋਜੈਕਟਾਈਲ ਸਾਡਾ ਮਸ਼ੀਨ ਦੀ ਲੈਫਟ ਹੈਂਡ ਸਾਈਡ ਤੇ ਹਲੇ ਪਿਕ ਨਹੀਂ ਪਈ ਤਾਂ ਉਸ ਵੇਲੇ ਟੈਂਸ਼ਨਲ ਕੰਪਨਸੇਟਰ ਦੀ ਜਿਹੜੀ ਪੋਜੀਸ਼ਨ ਹੈ ਉਹ ਇਸ ਤਰ੍ਹਾਂ ਹੋਏਗੀ ਨੋਰਮਲ। अगर साडा प्रोजेक्टाइल वेब का थ्रेड लैके राइट साइड वाल पहुंच गया या रिसीविंग साइड वाल पहुंच गया तो उस साइड ते जड़ा टेंशन कंपनसेटर की जड़ी पोजीशन है दैट कम्स ऑलमोस्ट इन लीनियर पोजीशन है। लीनियर मींस सीधी पोजीशन ते ऑलमोस्ट आ जाएगा। सो इस टाइम ਅਸੀਂ देख रहे हैं कि साडे जड़े टेंशन कंपनसेटर है ਉਹਦੀ ਜਿਹੜੀ पोजीशन है वो टॉप फॉर्म ते ਨਾਲ ही इस पोजीशन ते ਅਸੀਂ देख रहे हैं कि साडा जड़ा वेब ਦਾ ਧਾਗਾ ਉਹ ਫੀਡਰ ਨੇ ਪੜੇਦਾ। ਤੁਹਾਨੂੰ ਦੱਸਿਆ ਨਾ ਜਿਹੜਾ ਫੀਡਰ है ठीक है ਇਹ दिस इज योर फीडर। फीडर ਦੇ ਵਿੱਚ ਜੌਜ਼ ਲੱਗੇ ਹੁੰਦੇ ਨੇ ਜਿਨ੍ਹਾਂ ਨੇ ਵੈਫਟ ਦੇ ਧਾਗੇ ਨੂੰ ਗ੍ਰਿਪ ਕੀਤਾ ਹੁੰਦਾ ਤੇ ਇਹ ਜਿਹੜੇ ਫੀਡਰ ਨੇ ਇਹ ਵੈਫਟ ਦੇ ਧਾਗੇ ਨੂੰ ਪ੍ਰੋਜੈਕਟਾਈਲ ਨੂੰ ਫੜਾਉਂਦੇ ਨੇ ਫੀਡ ਕਰਦੇ ਨੇ। ਪ੍ਰੋਜੈਕਟਾਈਲ ਜਿਹੜਾ ਵੈਫਟ ਦਾ ਧਾਗਾ ਇਸ ਫੀਡਰ ਤੋਂ ਫੜਦਾ ਹੈ। ਇਸ ਕਰਕੇ ਇਹ ਜਿਹੜੇ ਇਹ ਯੂਨਿਟ ਦਾ ਨਾਮ ਦਿੱਤਾ ਗਿਆ ਫੀਡਰ ਜਿਸ ਨੇ ਵੈਫਟ ਦਾ ਧਾਗਾ ਗ੍ਰਿਪ ਕੀਤਾ ਹੁੰਦਾ। ਸੋ ਅਸੀਂ ਇਹ ਦੱਸਾਂਗੇ ਕਿ ਅਸੀਂ ਫਸਟ ਸਟੇਜ ਦੇ ਵਿੱਚ ਦੇਖ ਰਹੇ ਹਾਂ ਕਿ ਸਾਡਾ ਜਿਹੜਾ ਟੈਂਸ਼ਨਲ ਕੰਪਨਸੇਟਰ ਹੈ ਉਹ ਟੌਪ ਪੋਜੀਸ਼ਨ ਤੇ ਹੈ ਤੇ ਇਸ ਪੋਜੀਸ਼ਨ ਤੇ ਅਸੀਂ ਦੇਖ ਰਹੇ ਹਾਂ ਕਿ ਸਾਡਾ ਜਿਹੜਾ ਵੈਫਟ ਦਾ ਧਾਗਾ ਉਹ ਫੀਡਰ ਨੇ ਹਲੇ ਫੜੇਦਾ ਤੇ ਜਿਹੜਾ ਸਾਡਾ ਪ੍ਰੋਜੈਕਟਾਈਲ ਹੈ ਉਹ ਹਲੇ ਪ੍ਰੋਜੈਕਟਾਈਲ ਲਿਫਟਰ ਨੇ ਹਲੇ ਪ੍ਰੋਜੈਕਟਾਈਲ ਨੂੰ ਕਨਵੇਅਰ ਬੈਲਟ ਤੋਂ ਹਲੇ ਗ੍ਰਿਪ ਕੀਤਾ ਕਿਉਂਕਿ ਇਹ ਦੇਖੋ ਇਹ ਮਸ਼ੀਨ ਦੀ ਲੈਫਟ ਸਾਈਡ ਹੈ ਤੇ ਇਹ ਮਸ਼ੀਨ ਦੀ ਰਾਈਟ ਸਾਈਡ ਇਹ ਮਸ਼ੀਨ ਦੀ ਲੈਫਟ ਹੈਂਡ ਸਾਈਡ ਹੈ ਇਹ ਮਸ਼ੀਨ ਦੀ ਰਾਈਟ ਹੈਂਡ ਸਾਈਡ ਹੈ। ਦਿਸ ਇਜ਼ योर ਇਸ ਸਾਈਡ ਪਿਕਿੰਗ ਹੁੰਦੀ ਹੈ ਤੇ ਇੱਧਰ ਰਿਸੀਵਿੰਗ ਹੁੰਦੀ ਹੈ। ਪ੍ਰੋਜੈਕਟਾਈਲ ਲੈਫਟ ਸਾਈਡ ਤੋਂ ਮੂਵ ਕਰਕੇ ਰਾਈਟ ਸਾਈਡ ਵੱਲ ਜਾਂਦਾ ਹੈ। सो इस टोटल मशीन के नीचे ए देखो एक बॉटम ते एक कन्वेयर बेल्ट चलती रहती है। कन्वेयर बेल्ट तुहानू दस्सिया सी कि इस प्रोजैक्टाइल या सोल्जर रूम ते जिहड़े साडे प्रोजैक्टाइल है असी नंबर ऑफ प्रोजैक्टाइल यूज करते हैं। नॉर्मल मशीन ते 10 तो 12 तो या अगर डबल विड्थ लूम होएगी तो ज़्यादा भी हो सकते हैं 16 तो 18 भी हो सकते हैं। सो नंबर असी एक प्रोजैक्टाइल यूज नहीं करते इस सोल्जर मशीन दे विच। इहो जिहे छोटे प्रोजैक्टाइल्स बहुत सारे होंदे ने इस मशीन दे विच। तां की हुंदा है एक नॉर्मल प्रोसैस समझ लो कि जो प्रोजैक्टाइल लैफ्ट साइड तो वैफ्ट लैके राइट साइड वाल पहुंचता है तो इस टोटल मशीन के नीचे कन्वेयर बेल्ट घूमती रहती है। यह देखो यह कन्वेयर बेल्ट एक लगाई दी है। जो ही साडा प्रोजैक्टाइल राइट साइड ते पिक वैफ्ट का धागा लैके पहुंच जाएगा तो एक प्रोजैक्टाइल पुशर हुंदा है वो की करता है इस प्रोजैक्टाइल नूं नीचे कन्वेयर बेल्ट ते सुट दिंदा है। यह कन्वेयर बेल्ट की है घुमा के प्रोजैक्टाइल नूं वापस पिकिंग साइड लै जांदी है। ठीक है जदों साडा प्रोजैक्टाइल वैफ्ट लैके राइट साइड वाल पहुंच जाता है ਉਹਦਾ ਕੰਮ ਪਿਕਿੰਗ ਦਾ ਖਤਮ ਹੋ ਗਿਆ। ਉਸ ਤੋਂ ਬਾਅਦ ਕੀ ਇੱਕ ਪ੍ਰੋਜੈਕਟਾਈਲ ਪੁਸ਼ਰ ਹੁੰਦਾ ਹੈ ਜੋ ਕਿ ਇਸ ਡਾਇਗਰਾਮ ਦੇ ਵਿੱਚ ਸ਼ੋ ਨਹੀਂ ਕੀਤਾ ਤਾਂ ਉਹ ਪ੍ਰੋਜੈਕਟਾਈਲ ਪੁਸ਼ਰ ਕੀ ਹੈ ਉਸ ਪ੍ਰੋਜੈਕਟਾਈਲ ਨੂੰ ਪੁਸ਼ ਕਰ ਦੇਗਾ ਔਨ ਦਾ ਕਨਵੇਅਰ ਬੈਲਟ ਜੋ ਕਿ ਮਸ਼ੀਨ ਦੇ ਬਾਟਮ ਤੇ ਘੁੰਮਦੀ ਰਹਿੰਦੀ ਹੈ। ਠੀਕ ਹੈ ਪਿਕਿੰਗ ਤੇ ਰਿਸੀਵਿੰਗ ਯੂਨਿਟ ਦੇ ਨੀਚੇ ਉਹ ਵਾਲੀ ਸਾਡੀ ਕਨਵੇਅਰ ਬੈਲਟ ਘੁੰਮਦੀ ਹੈ। ਉਹ ਕੀ ਕਰੇਗਾ ਉਹ ਕਨਵੇਅਰ ਬੈਲਟ ਉਸ ਪ੍ਰੋਜੈਕਟਾਈਲ ਨੂੰ ਰਾਈਟ ਸਾਈਡ ਤੋਂ ਰਿਸੀਵਿੰਗ ਸਾਈਡ ਤੋਂ ਵਾਪਸ ਲੈ ਕੇ ਪਿਕਿੰਗ ਸਾਈਡ ਵੱਲ ਲਾਏਗੀ। ਜਦੋਂ ਪਿਕਿੰਗ ਸਾਈਡ ਤੇ ਉਹ ਪ੍ਰੋਜੈਕਟਾਈਲ ਪਹੁੰਚ ਜਾਏਗਾ ਤਾਂ ਸਾਡਾ ਜਿਹੜਾ ਪ੍ਰੋਜੈਕਟਾਈਲ ਲਿਫਟਰ ਹੈ ਇਹ ਜਿਹੜਾ ਤੁਹਾਨੂੰ ਦੱਸਿਆ ਇੱਥੇ ਡਾਇਗਰਾਮ 'ਚ ਸ਼ੋ ਨਹੀਂ ਕੀਤਾ ਇੱਥੇ ਪ੍ਰੋਜੈਕਟਾਈਲ ਲਿਫਟਰ ਹੁੰਦਾ ਹੈ। ਦਿਸ ਇਜ਼ योर ਪ੍ਰੋਜੈਕਟਾਈਲ ਆਰਮ ਇਹ ਤੇ ਉਹਨੂੰ ਪੁਸ਼ ਕਰਦੀ ਹੈ ਨਾ ਇੱਕ ਪ੍ਰੋਜੈਕਟਾਈਲ ਲਿਫਟਰ ਹੁੰਦਾ ਹੈ। ਪ੍ਰੋਜੈਕਟਾਈਲ ਲਿਫਟਰ ਕੀ ਕਰਦਾ ਹੈ ਉਹ ਪ੍ਰੋਜੈਕਟਾਈਲ ਲਿਫਟਰ ਕੀ ਹੈ ਪ੍ਰੋਜੈਕਟਾਈਲ ਲਿਫਟਰ ਕਨਵੇਅਰ ਬੈਲਟ ਤੋਂ ਉਸ ਪ੍ਰੋਜੈਕਟਾਈਲ ਨੂੰ ਗ੍ਰਿਪ ਕਰਕੇ ਉਸ ਨੂੰ ਇਸ ਫੀਡਰ ਦੇ ਸਾਹਮਣੇ ਰੱਖ ਦਿੰਦਾ ਹੈ। ਇਸ ਫੀਡਰ ਦੇ ਸਾਹਮਣੇ ਲੈ ਆਂਦਾ ਜਦੋਂ ਉਹ ਪ੍ਰੋਜੈਕਟਾਈਲ ਫੀਡਰ ਦੇ ਸਾਹਮਣੇ ਆ ਜਾਂਦਾ ਤਾਂ ਉਹ ਪ੍ਰੋਜੈਕਟਾਈਲ ਉਸ ਫੀਡਰ ਤੋਂ ਧਾਗਾ ਫੜ ਲੈਂਦਾ ਹੈ। ਤਾਂ ਅਸੀਂ ਹਲੇ ਇਸ ਫਸਟ ਸਟੇਜ ਤੇ ਅਸੀਂ ਦੇਖ ਰਹੇ ਹਾਂ ਕਿ ਪ੍ਰੋਜੈਕਟਾਈਲ ਲਿਫਟਰ ਨੇ ਹਲੇ ਕਨਵੇਅਰ ਬੈਲਟ ਤੋਂ ਉਹ ਵਾਲਾ ਜਿਹੜਾ ਪ੍ਰੋਜੈਕਟਾਈਲ ਹੈ ਹਲੇ ਲਿਫਟ ਕੀਤਾ ਹੈ। ਹਲੇ ਦੇਖੋ ਡਾਊਨ ਪੋਜੀਸ਼ਨ ਤੇ ਹੈ। ਠੀਕ ਹੈ ਹੁਣ ਅਸੀਂ ਦੱਸਣਾ ਕਿ ਸੈਕੰਡ ਸਟੇਜ ਤੇ ਅਸੀਂ ਕੀ ਦੇਖ ਰਹੇ ਹਾਂ। ਸੈਕੰਡ ਸਟੇਜ ਤੇ ਅਸੀਂ ਕੀ ਦੇਖ ਰਹੇ ਹਾਂ ਕਿ ਪ੍ਰੋਜੈਕਟਾਈਲ ਲਿਫਟਰ ਨੇ ਪ੍ਰੋਜੈਕਟਾਈਲ ਜੋ ਕਿ ਉਸਨੇ ਕਨਵੇਅਰ ਬੈਲਟ ਤੋਂ ਲਿਫਟ ਕੀਤਾ ਉਸ ਨੂੰ ਫੀਡਰ ਦੇ ਸਾਹਮਣੇ ਲਿਆ ਕੇ ਰੱਖਤਾ ਹੈ ਤੇ ਸਾਡਾ ਜਿਹੜਾ ਪ੍ਰੋਜੈਕਟਾਈਲ ਹੈ ਉਸਨੇ ਵੈਫਟ ਦਾ ਧਾਗਾ ਸੈਕੰਡ ਸਟੇਜ ਤੇ ਗ੍ਰਿਪ ਕਰ ਲਿਆ। ਇਹ ਦੇਖੋ ਪ੍ਰੋਜੈਕਟਾਈਲ ਨੇ ਫੀਡਰ ਤੋਂ ਵੈਫਟ ਦਾ ਧਾਗਾ ਗ੍ਰਿਪ ਕਰ ਲਿਆ। ਅਸੀਂ ਦੱਸਿਆ ਹੈ ਕਿ ਸੈਕੰਡ ਸਟੇਜ ਤੇ ਜਿਹੜਾ ਪ੍ਰੋਜੈਕਟਾਈਲ ਲਿਫਟਰ ਹੈ ਉਸਨੇ ਕਨਵੇਅਰ ਬੈਲਟ ਤੋਂ ਪ੍ਰੋਜੈਕਟਾਈਲ ਨੂੰ ਗ੍ਰਿਪ ਕਰਕੇ ਉਸ ਨੂੰ ਫੀਡਰ ਦੇ ਸਾਹਮਣੇ ਰੱਖਤਾ ਹੈ। ਫੀਡਰ ਦੇ ਜਿਉਂ ਹੀ ਸਾਹਮਣੇ ਆਇਆ ਤਾਂ ਫੀਡਰ ਨੇ ਉਹ ਕੀ ਹੈ ਜਿਹੜਾ ਵੈਫਟ ਦਾ ਧਾਗਾ ਉਸ ਪ੍ਰੋਜੈਕਟਾਈਲ ਨੂੰ ਫੀਡ ਕਰਤਾ ਹੈ ਤਾਂ ਪ੍ਰੋਜੈਕਟਾਈਲ ਨੇ ਉਹ ਵੈਫਟ ਦਾ ਧਾਗਾ ਗ੍ਰਿਪ ਕਰ ਲਿਆ ਵਿਦ ਦੀ ਹੈਲਪ ਆਫ ਟੂ ਜਾਜ਼ ਫੀਡਰ ਤੋਂ। ਠੀਕ ਹੈ ਇੱਥੇ ਪ੍ਰੋਜੈਕਟਾਈਲ ਨੇ ਵੈਫਟ ਦਾ ਧਾਗਾ ਗ੍ਰਿਪ ਕਰ ਲਿਆ। ਹੁਣ ਅਸੀਂ ਥਰਡ ਸਟੇਜ ਤੇ ਅਸੀਂ ਕੀ ਦੇਖ ਰਹੇ ਹਾਂ ਕਿ ਪ੍ਰੋਜੈਕਟਾਈਲ ਜਿਹੜਾ ਹੈ ਉਹ ਜਿਸਨੇ ਸੈਕੰਡ ਸਟੇਜ ਤੇ ਵੈਫਟ ਦਾ ਧਾਗਾ ਗ੍ਰਿਪ ਕਰ ਲਿਆ ਸੀ ਫਰੋਮ ਦਾ ਫੀਡਰ ਉਹ ਮੂਵ ਕਰ ਗਿਆ ਫਰੋਮ ਲੈਫਟ ਹੈਂਡ ਸਾਈਡ ਟੂ ਰਾਈਟ हैंड साइड ਤੇ।
मीनस साडे जिहड़ा शैड मशीन दे उत्ते बनिया सी उस दे वो की है वो डिवाइडेड वार्प दे विचों पास हो गया मीनस साडी पिक इंसर्ट करती है पिक इंसर्ट हुई है विद द हेल्प ऑफ दिस प्रोजेक्टाइल थर्ड स्टेज ते मीनस थर्ड स्टेज से ਅਸੀਂ कह रहे हैं कि साडी कपड़े दे विच पिक इंसर्ट हो गई है क्योंकि सैकेंड स्टेज दे विच उस प्रोजेक्टाइल ने फीडर तो धागा फड़ लिया सी थर्ड स्टेज दे विच साडी कपड़े विच पिक इंसर्ट हो गई है तो जो ही साडा जिहड़ा प्रोजेक्टाइल है वो राइट साइड ते पहुंचदा है तो ਅਸੀਂ देख रहे हैं कि उस ते ब्रेक एक्ट कर रही है और जो प्रोजेक्टाइल राइट साइड ते पहुंचदा क्योंकि प्रोजेक्टाइल बहुत स्पीड ते फ्रॉम लेफ्ट साइड तो राइट साइड वाल जाता है ठीक है ਜਾਂ ਰਾਈਟ ਸਾਈਡ ਜਿਸ ਨੂੰ ਅਸੀਂ ਰਿਸੀਵਿੰਗ ਯੂਨਿਟ ਵੀ ਕਹਿੰਦੇ ਹਾਂ ਜੋ ਕਿ ਉਸ ਪ੍ਰੋਜੈਕਟਾਈਲ ਨੂੰ ਰਿਸੀਵ ਕਰਦਾ ਹੈ ਇਸ ਕਰਕੇ ਇਸ ਪੂਰੇ ਯੂਨਿਟ ਨੂੰ ਅਸੀਂ ਕੀ ਹੈ ਰਿਸੀਵਿੰਗ ਯੂਨਿਟ ਵੀ ਕਹਿੰਦੇ ਨੇ ਦਿਸ ਇਜ਼ ਯੋਰ ਰਿਸੀਵਿੰਗ ਯੂਨਿਟ ਤਾਂ ਜੋ ਹੀ ਸਾਡਾ ਪ੍ਰੋਜੈਕਟਾਈਲ ਰਾਈਟ ਸਾਈਡ ਤੇ ਪਹੁੰਚਦਾ ਹੈ ਰਿਸੀਵਿੰਗ ਯੂਨਿਟ ਤੇ ਪਹੁੰਚਦਾ ਹੈ ਤਾਂ ਉਸ ਤੇ ਪਹਿਲੇ ਫਸਟ ਬ੍ਰੇਕ ਐਕਟ ਕਰਦੀ ਹੈ ਇਹ ਫਸਟ ਬ੍ਰੇਕ ਐਕਟ ਕਰਦੀ ਹੈ ਇਹ ਜੋ ਹੀ ਇਸ ਤੇ ਪ੍ਰੋਜੈਕਟਾਈਲ ਤੇ ਐਕਟ ਕਰਦੀ ਹੈ ਤਾਂ ਉਸ ਦੀ ਥੋੜੀ ਸਪੀਡ ਨੂੰ ਘੱਟ ਕਰ ਦਿੰਦੀ ਹੈ ਜੋ ਹੀ ਪ੍ਰੋਜੈਕਟਾਈਲ ਅੱਗੇ ਨੂੰ ਮੂਵ ਕਰਦਾ ਤਾਂ ਇੱਕ ਫੀਲਰ ਲੱਗਾ ਹੁੰਦਾ ਹੈ ਅਗਰ ਪ੍ਰੋਜੈਕਟਾਈਲ ਇਸ ਫੀਲਰ ਨੂੰ ਲਿਫਟ ਕਰ ਦੇਗਾ प्रोजेक्टाइल देखो ए फीलर डाउनवर्ड पोजीशन पे होता है अगर प्रोजेक्टाइल लग के जाएगा तो फीलर लिफ्ट हो जाएगा अगर ए फीलर लिफ्ट हो गया इट मींस वो सेंस कर लेगा कि जो प्रोजेक्टाइल है वो राइट हैंड साइड पे पहुंच गया अगर किसी वजह करके अगर साडा प्रोजेक्टाइल इस फीलर ਨੂੰ लिफ्ट नहीं कर पाता इट मींस वो सेंस कर लेगा कि जो साडा प्रोजेक्टाइल है वो राइट साइड ते नहीं पहुंचा तो मशीन ਨੂੰ ਨਾਲ ही स्टॉप कर देगा सो यू कैन से कि एक तरह का यह सेंसर है जो कि चेक करता है कि साडा जो प्रोजेक्टाइल है वो राइट हैंड साइड ते या रिसीविंग यूनिट वाल पहुंचा कि नहीं पहुंचा सो ए जो फीलर उत्ते लिफ्ट हो जाएगा सानू ए इंडिकेट हो जाएगा मशीन ऑटोमेटिक सेंस कर लेगी साडा जो प्रोजेक्टाइल है वो राइट हैंड साइड ते पहुंच गया इट मींस पिक इंसर्ट हो गई है प्रॉपरली ठीक है जो ही इस फीलर तो अगे बढ़ेगा तो साडी ये सेकंड ब्रेक एक्ट करेगी इस प्रोजेक्टाइल दे उत्ते जो कि उस मशीन उस जड़ा प्रोजेक्टाइल है उसकी जिहड़ी स्पीड है उसनू रोक देगी उसनू स्टॉप कर देगी ਤੇ ਇਹ ਜਿਹੜਾ ਪ੍ਰੋਜੈਕਟਾਈਲ ਹੈ ਔਨ ਦਾ ਰਿਸੀਵਿੰਗ ਸਾਈਡ ਇਹ ਨਾਈਲਨ ਸ਼ੀਟ ਦੇ ਉੱਤੇ ਮੂਵ ਕਰਦਾ ਹੈ ਇਸ ਦੇ ਬਾਟਮ ਤੇ ਇੱਕ ਨਾਈਲਨ ਸ਼ੀਟ ਹੁੰਦੀ ਹੈ ਜਿਹਦੇ ਉੱਤੇ ਇਹ ਮੂਵ ਕਰਦਾ ਹੈ ਹੁਣ ਚੌਥੀ ਸਟੇਜ ਤੇ ਅਸੀਂ ਕੀ ਦੇਖ ਪਾ ਰਹੇ ਹਾਂ ਇਹ ਤੁਸੀਂ ਥਰਡ ਸਟੇਜ ਤੇ ਇੱਕ ਪੁਆਇੰਟ ਜ਼ਰਾ ਨੋਟ ਕਰੋ ਕਿ ਇਹ ਦੇਖੋ ਥਰਡ ਸਟੇਜ ਤੇ ਕਿਉਂਕਿ ਪ੍ਰੋਜੈਕਟਾਈਲ ਵੈਫਟ ਦਾ ਧਾਗਾ ਖਿੱਚ ਕੇ ਰਾਈਟ ਹੈਂਡ ਸਾਈਡ ਤੇ ਪਹੁੰਚ ਗਿਆ ਇਸ ਕਰਕੇ ਦੇਖੋ ਇਹਦੀ ਲੀਨੀਅਰ ਪੋਜੀਸ਼ਨ ਆਲਮੋਸਟ ਆ ਗਈ ਹੈ ਪਹਿਲੇ ਦੇਖੋ ਫਸਟ ਸਟੇਜ ਤੇ ਇਹ ਟੌਪ ਪੋਜੀਸ਼ਨ ਤੇ ਹੀ ਟੈਂਸ਼ਨਰ ਕੰਪਨਸੇਟਰ बट तीजी स्टेज ते ये ऑलमोस्ट लीनियर पोजीशन ते आ गया लीनियर मींस सीधी पोजीशन ते इस तरह दी ऑलमोस्ट सीधी पोजीशन इस तरह दी नहीं ते एदी जड़ी पोजीशन सी वो इस तरह दी ए जिस तरह तुसीं डायग्राम दे विच देख पा रहे हो बट क्योंकि साडा वेफ्ट दा धागा प्रोजेक्टाइल खिंच के राइट हैंड साइड वाल ले गया वेफ्ट दे धागे ते टेंशन आ गई है टेंशन दे कारण की है ए साडा जिहड़ा टेंशन कंपनसेटर है ये ऑलमोस्ट लीनियर पोजीशन मींस स्ट्रेट पोजीशन दे विच आ गया ए देखो हुण की है चौथी स्टेज दे विच की है ਹੁਣ ਜਿਹੜਾ ਪ੍ਰੋਜੈਕਟਾਈਲ 50 mm डिस्टेंस ਅੱਗੇ ਵੱਧ ਗਿਆ ਸੀ ਅੱਗੇ ਨੂੰ ਮੂਵ ਕਰ ਗਿਆ ਸੀ ਇਹ ਥੋੜਾ ਆਪਣੀ ਪ੍ਰੋਜੈਕਟਾਈਲ ਬੈਕ ਆਪਣੀ ਪੋਜੀਸ਼ਨ ਦੇ ਇਸ ਸਾਈਡ ਵੱਲ ਆਏਗਾ ਥੋੜਾ ਇਧਰ ਨੂੰ ਮੂਵ ਕਰੇਗਾ ਜਦੋਂ ਪ੍ਰੋਜੈਕਟਾਈਲ ਜ਼ਿਆਦਾ ਇੱਕਦਮ ਜਦੋਂ ਰਿਸੀਵਿੰਗ ਸਾਈਡ ਤੇ ਪਹੁੰਚਦਾ ਤਾਂ ਬਹੁਤ ਅੱਗੇ ਨਿਕਲ ਜਾਂਦਾ ਤਾਂ ਉਹ ਫਿਰ ਉਹਦੀ ਥੋੜੀ ਬੈਕਵਰਡ ਮੂਵਮੈਂਟ ਹੁੰਦੀ ਹੈ ਇਸ ਸਾਈਡ ਵੱਲ ਤੇ ਇਹ ਕੀ ਹੈ ਜਿਹੜਾ ਪ੍ਰੋਜੈਕਟਾਈਲ ਹੈ ਉਹ ਇਸ ਨਾਈਲਨ ਥੱਲੇ ਤੁਹਾਨੂੰ ਦੱਸਿਆ ਕਿ ਪ੍ਰੋਜੈਕਟਾਈਲ ਨਾਈਲਨ ਸ਼ੀਟ ਦੇ ਉੱਤੇ ਮੂਵ ਕਰਦਾ ਹੈ ਤਾਂ ਪ੍ਰੋਜੈਕਟਾਈਲ थर्ड स्टेज से बहुत अगे चल जाता है फिर उस तो बाद थोड़ी बैकवर्ड पोजीशन लेता है जो ही बैकवर्ड पोजीशन लेता तो तुम देखोगे कि टेंशनर कंपनसेटर भी स्लाइटली रेज्ड स्लाइटली उत्ते नूं रेज होना क्योंकि ए वेफ्ट दा धागा टेंशन घट गई क्योंकि ए बैकवर्ड पोजीशन ने मूव की वेफ्ट दा धागा ने फड़े दा प्रोजेक्टाइल ने हुण अगर प्रोजेक्टाइल ने बैक मूवमेंट लई तो वेफ्ट दे धागे ते टेंशन घट हुई जो वेफ्ट दे धागे ते टेंशन घट हुई तो यह जिहड़ा साडा टेंशनर कंपनसेटर है इह स्लाइटली उत्ते नूं रेज करना शुरू कर देगा ठीक है नाल ही जिहड़ा साडा वेफ्ट फीडर है वो भी फर्दर फॉरवर्ड मूवमेंट लैनी शुरू कर देगा वो आ देखो वो इस पोजीशन तो इस पोजीशन इत्थे मूव इधर वाल मूव करना शुरू कर देगा हाले मूव करना शुरू कर देगा प्रोजेक्टाइल बैकवर्ड पोजीशन लैनी शुरू कर देगा टेंशनर कंपनसेटर हल्का जिहा रेज करना शुरू कर देगा ते साडा जिहड़ा फीडर है वो अगे नूं फॉरवर्ड पोजीशन वाल मूव करना शुरू कर देगा इत्थे इस उन्हें इस एंड ते पहुंचना वो असीं देखांगे पंजवीं स्टेज दे विच हुण पंजवीं स्टेज दे विच असीं की देख पा रहे हैं कि साडा जिहड़ा वेफ्ट फीडर है वो फॉरवर्ड मूवमेंट मूव कर गया मींस वो अगे नूं मूव कर गया तो वो इस कटर पोजीशन दे कोल पहुंच गया देखो ए कपड़े दी दोनों साइड ते ए कटर लगे हुंदे ने दिस इज योर कटर ते ए जिहड़ा प्रोजेक्टाइल है जो कि चौथी स्टेज से अगे नूं मूव करना शुरू कीता सी वो कटर दे कोल पहुंच गया फॉरवर्ड पोजीशन ते पहुंच गया ठीक है हुण ए मशीन ते दोनों साइड ते कटर लगे दे ने ये कटर की करनगे वेफ्ट नूं दोनों साइड तो कट देणगे
ਵੈਫਟ ਨੂੰ ਦੋਨਾਂ ਸਾਈਡ ਤੋਂ ਕੱਟ ਦੇਣਗੇ ਤੇ ਇਸ ਪੋਜੀਸ਼ਨ ਤੇ ਨਾਲ ਹੀ ਜਿਹੜਾ ਸਾਡਾ ਗ੍ਰਿਪਰ ਹੈ ਉਹ ਜਦੋਂ ਇਹ ਵੈਫਟ ਦੇ ਧਾਗੇ ਨੂੰ ਇੱਥੋਂ ਕੱਟਣਗੇ ਤਾਂ ਇਹ ਜਿਹੜਾ ਵੈਫਟ ਦਾ ਧਾਗਾ, ਇਹ ਜਿਹੜਾ ਇਧਰਲੀ ਸਾਈਡ ਜਿਹੜਾ ਵੈਫਟ ਧਾਗਾ ਇਹ ਫੀਡਰ ਫੇਰ ਫੜ ਲੇਗਾ। ਇਹ ਵਾਲਾ ਇਹ ਕਟਰ ਨੇ ਦੋਨਾਂ ਸਾਈਡ ਤੋਂ ਵੈਫਟ ਦਾ ਧਾਗਾ ਕੱਟਿਆ, ਜੋ ਹੀ ਕੱਟਿਆ ਤਾਂ ਇਸ ਫੀਡਰ ਨੇ ਇਹ ਵੈਫਟ ਦਾ ਧਾਗਾ ਇੱਥੋਂ ਫੜ ਲਿਆ, ਤਾਂ ਜਿਹੜਾ ਇਹ ਵਾਲਾ ਧਾਗਾ, ਇਹ ਵਾਲਾ ਯੂਨਿਟ ਜਿਹੜਾ ਰਹਿ ਜਾਂਦਾ ਹੈ, ਇਸ ਨੂੰ ਇੱਕ ਗ੍ਰਿਪਰ ਲੱਗਾ ਹੁੰਦਾ ਉਹ ਫੜ ਲੇਗਾ। ਇਹ ਤੁਹਾਨੂੰ ਮੈਂ ਲਾਸਟ ਪਿਕਚਰ ਦੇ ਵਿੱਚ ਦਿਖਾਉਣਾ। ਦਿਸ ਇਜ਼ योर ਗ੍ਰਿਪਰ। ਇਹ ਕਟਰ ਤੋਂ ਬਾਅਦ ਇਹ ਗ੍ਰਿਪਰ ਲੱਗਿਆ ਦਾ ਮਸ਼ੀਨ ਦੇ ਦੋਨਾਂ ਸਾਈਡ ਤੇ। ਦੇਖੋ ਜੋ ਹੀ ਕਟਰ ਕੱਟੇਗਾ ਤਾਂ ਜਿਹੜਾ ਪਿਛਲਾ ਧਾਗਾ ਹੈ ਉਹ ਫੀਡਰ ਫੜ ਲੇਗਾ, ਫਿਰ ਅੱਗੇ ਫੀਡਰ ਫੜ ਲੇਗਾ, ਜਿਹੜਾ ਕੱਟਣ ਤੋਂ ਬਾਅਦ ਜਿਹੜਾ ਅਗਲਾ ਧਾਗਾ ਉਹ ਇਹ ਗ੍ਰਿਪਰ ਫੜ ਲੇਗਾ। ਦੇਖੋ ਮਸ਼ੀਨ ਦੇ ਦੋਨਾਂ ਸਾਈਡ ਤੇ ਇੱਥੋਂ ਨਾਲ ਹੀ ਗ੍ਰਿਪਰ ਫੜ ਲੇਗਾ। ਇੱਥੋਂ ਕੱਟਿਆ ਕਟਰ ਨੇ ਧਾਗਾ ਦੋਨਾਂ ਸਾਈਡ ਤੋਂ, ਜਿਹੜਾ ਇੱਥੋਂ ਕੱਟਿਆ ਇਹ ਵਾਲਾ ਯੂਨਿਟ ਫੀਡਰ ਫੜ ਲੇਗਾ ਵਾਪਸ, ਤੇ ਜਿਹੜਾ ਅੱਗੇ ਵਾਲਾ ਯੂਨਿਟ ਜਿਹੜਾ ਕੱਪੜੇ ਦੇ ਦੋਨਾਂ ਸਾਈਡ ਤੇ ਫ੍ਰਿੰਜ ਰਹਿ ਜਾਂਦੀ ਹੈ ਉਸ ਨੂੰ ਗ੍ਰਿਪਰ ਫੜ ਲੇਗਾ। 6ਵੀਂ ਸਟੇਜ ਤੇ ਅਸੀਂ ਕੀ ਦੇਖ ਪਾ ਰਹੇ ਹਾਂ ਕਿ ਜਿਹੜਾ ਫੀਡਰ ਹੈ ਉਹ ਕੀ ਵੈਫਟ ਦੇ ਧਾਗੇ ਨੂੰ ਜਿਸ ਨੂੰ ਕਟਰ ਨੇ ਕੱਟਿਆ ਸੀ ਇਸ ਪੋਜੀਸ਼ਨ ਤੋਂ ਉਹਨੂੰ ਬੈਕਵਰਡ ਆਪਣੀ ਇਨੀਸ਼ੀਅਲ ਪੋਜੀਸ਼ਨ ਤੇ ਲਾਇਆ। ਇਹ ਦੇਖੋ ਇਹੀ ਇਨੀਸ਼ੀਅਲ ਪੋਜੀਸ਼ਨ ਸੀ, ਵਾਪਸ ਉਹਨੂੰ ਵੈਫਟ ਦੇ ਧਾਗੇ ਨੂੰ ਫੜ ਕੇ ਬੈਕ ਪੋਜੀਸ਼ਨ ਤੇ ਲਾਇਆ, ਤੇ ਜਿਹੜਾ ਸਾਡਾ ਕੱਟਿਆ ਹੋਇਆ ਧਾਗਾ ਸੀ ਜਿਸ ਨੂੰ ਗ੍ਰਿਪਰ ਨੇ ਫੜੇ ਦਾ ਸੀ ਉਹ ਕੀ ਹੈ, ਟਕਿੰਗ ਨੀਡਲ ਨੇ ਲੈ ਕੇ ਉਸ ਨੂੰ ਸੈਲਵੇ ਦੇ ਵਿੱਚ ਇਹ ਦੇਖੋ ਵੀਵ ਕਰਦਾ। ਇਹ ਟਕਿੰਗ ਨੀਡਲ ਦੀ ਪੋਜੀਸ਼ਨ ਦੱਸ ਰਿਹਾ ਕਿ ਟਕਿੰਗ ਨੀਡਲ ਨੇ ਉਹ ਵੈਫਟ ਦੇ ਧਾਗੇ ਨੂੰ ਸੈਲਵੇ ਦੇ ਵਿੱਚ ਵੀਵ ਕਰਦਾ। ਸੋ ਮੈਂ ਇੱਕ ਵਾਰੀ ਫੇਰ ਇਹ ਵਾਲਾ ਪਿਕਿੰਗ ਸਾਈਕਲ ਐਕਸਪਲੇਨ ਕਰਾਂਗਾ। ਇਹ ਤੁਹਾਨੂੰ ਸਾਰਾ ਦੱਸ ਰਿਹਾ ਕਿ ਕੱਪੜੇ ਵਿੱਚ ਜਦੋਂ ਪਿਕ ਇਨਸਰਟ ਹੁੰਦੀ ਹੈ ਇੰਡੀਵਿਜੂਅਲ ਹੋਲੀ ਇੱਕ ਸਟੇਜ ਤੇ ਕੀ ਐਕਸ਼ਨ ਹੋ ਰਿਹਾ। ਪਹਿਲੀ ਸਟੇਜ ਤੇ ਅਸੀਂ ਕੀ ਦੇਖ ਰਹੇ ਹਾਂ ਕਿ ਸਾਡਾ ਜਿਹੜਾ ਵੈਫਟ ਦਾ ਧਾਗਾ ਉਹ ਵੈਫਟ ਬ੍ਰੇਕ ਦੇ ਵਿੱਚੋਂ ਪਾਸ ਹੋ ਰਿਹਾ, ਜੋ ਕਿ ਸਪ੍ਰਿੰਗ ਲੋਡਡ ਹੈ, ਜਿਸਨੇ ਵੈਫਟ ਤੇ ਬ੍ਰੇਕ ਲਗਾਉਣ ਦਾ ਕੰਮ ਕਰਦਾ। ਉਹ ਫਰਦਰ ਟੈਂਸ਼ਨ ਕੰਪਨਸੇਟਰ ਤੋਂ ਪਾਸ ਹੁੰਦਾ ਹੈ। ਟੈਂਸ਼ਨ ਕੰਪਨਸੇਟਰ ਇਸ ਟਾਈਮ ਟੌਪ ਪੋਜੀਸ਼ਨ ਤੇ ਹੈ ਤੇ ਵੈਫਟ ਦਾ ਧਾਗਾ ਫੀਡਰ ਨੇ ਫੜੇ ਦਾ। ਤੇ ਪਹਿਲੀ ਸਟੇਜ ਦੇ ਨਾਲ ਹੀ ਅਸੀਂ ਦੇਖ ਪਾ ਰਹੇ ਹਾਂ ਕਿ ਪ੍ਰੋਜੈਕਟਾਈਲ ਲਿਫਟਰ ਨੇ ਕਨਵੇਅਰ ਬੈਲਟ ਤੋਂ ਜੋ ਕਿ ਨੀਚੇ ਘੁੰਮਦੀ ਹੈ ਉਸ ਪ੍ਰੋਜੈਕਟਾਈਲ ਲਿਫਟਰ ਨੇ ਕਨਵੇਅਰ ਬੈਲਟ ਤੋਂ ਹਲੇ ਪ੍ਰੋਜੈਕਟਾਈਲ ਨੂੰ ਗ੍ਰਿਪ ਕਰ ਲਿਆ ਤੇ ਉਸ ਨੂੰ ਰੇਜ਼ ਕਰਨ ਜਾ ਰਿਹਾ, ਲਿਫਟ ਕਰਨ ਜਾ ਰਿਹਾ। ਸੈਕਿੰਡ ਸਟੇਜ ਤੇ ਅਸੀਂ ਕੀ ਦੇਖ ਪਾ ਰਹੇ ਹਾਂ ਕਿ ਜਿਹੜਾ ਵੈਫਟ ਦਾ ਧਾਗਾ ਫੀਡਰ ਨੇ ਫੜੇ ਦਾ ਸੀ ਉਹ ਉਸਨੇ ਉਸ ਤੋਂ ਪ੍ਰੋਜੈਕਟਾਈਲ ਨੇ ਗ੍ਰਿਪ ਕਰ ਲਿਆ। ਮੀਨਸ ਪ੍ਰੋਜੈਕਟਾਈਲ ਨੇ ਵੈਫਟ ਦਾ ਧਾਗਾ ਉਸ ਫੀਡਰ ਤੋਂ ਗ੍ਰਿਪ ਕਰ ਲਿਆ ਤੇ ਨਾਲ ਹੀ ਜਿਹੜਾ ਪ੍ਰੋਜੈਕਟਾਈਲ ਲਿਫਟਰ ਸੀ ਉਸਨੇ ਉਹ ਪ੍ਰੋਜੈਕਟਾਈਲ ਨੂੰ ਲਿਆ ਕੇ ਫੀਡਰ ਦੇ ਸਾਹਮਣੇ ਰੱਖਤਾ ਹੈ। ਜੋ ਹੀ ਫੀਡਰ ਦੇ ਸਾਹਮਣੇ ਰੱਖਿਆ ਤਾਂ ਇੱਥੇ ਵੈਫਟ ਦੀ ਧਾਗੇ ਦੀ ਟ੍ਰਾਂਸਫਰ ਹੁੰਦੀ ਹੈ। ਜਿਹੜਾ ਵੈਫਟ ਦਾ ਧਾਗਾ ਫੀਡਰ ਪ੍ਰੋਜੈਕਟਾਈਲ ਨੂੰ ਦੇ ਦਿੰਦਾ ਹੈ ਤਾਂ ਪ੍ਰੋਜੈਕਟਾਈਲ ਜਿਹੜਾ ਹੈਗਾ ਉਹ ਫੀਡਰ ਤੋਂ ਧਾਗਾ ਉਹ ਵਾਲਾ ਗ੍ਰਿਪ ਕਰ ਲੈਂਦਾ ਵਿਦ ਦੀ ਹੈਲਪ ਆਫ ਜੌਸ। ਤੁਹਾਨੂੰ ਦੱਸਿਆ ਹੀ ਕਿ ਪ੍ਰੋਜੈਕਟਾਈਲ ਦੇ ਅੱਗੇ ਦੋ ਜੌਸ ਲੱਗੇ ਹੁੰਦੇ ਨੇ, ਉਹ ਕੀ ਹੈ ਵੈਫਟ ਦੇ ਧਾਗੇ ਨੂੰ ਗ੍ਰਿਪ ਕਰ ਲੈਂਦੇ ਨੇ। ਥਰਡ ਸਟੇਜ ਦੇ ਵਿੱਚ ਅਸੀਂ ਕੀ ਦੇਖ ਪਾ ਰਹੇ ਕਿ ਸਾਡੀ ਕੱਪੜੇ ਦੇ ਵਿੱਚੋਂ ਪਿਕ ਇਨਸਰਟ ਹੋ ਗਈ ਤੇ ਸਾਡਾ ਜਿਹੜਾ ਪ੍ਰੋਜੈਕਟਾਈਲ ਹੈ ਉਹ ਵੈਫਟ ਦਾ ਧਾਗਾ ਲੈ ਕੇ ਫਰੋਮ ਲੈਫਟ ਹੈਂਡ ਸਾਈਡ ਤੋਂ ਰਾਈਟ ਹੈਂਡ ਸਾਈਡ ਵੱਲ ਪਹੁੰਚ ਗਿਆ, ਜਿਹਨੂੰ ਅਸੀਂ ਰਿਸੀਵਿੰਗ ਯੂਨਿਟ ਕਹਿੰਦੇ ਆ। ਤੇ ਸਾਡਾ ਜਿਹੜਾ ਟੈਂਸ਼ਨਲ ਕੰਪਨਸੇਟਰ ਹੈ ਉਹ ਆਲਮੋਸਟ ਲੀਨੀਅਰ ਪੋਜੀਸ਼ਨ ਤੇ ਆ ਗਿਆ, ਡਾਊਨ ਪੋਜੀਸ਼ਨ ਤੇ, ਸਟੇਟ ਪੋਜੀਸ਼ਨ ਤੇ ਆ ਗਿਆ। ਤੇ ਜਦੋਂ ਹੀ ਪ੍ਰੋਜੈਕਟਾਈਲ ਸਾਡਾ ਰਾਈਟ ਸਾਈਡ ਤੇ ਪਹੁੰਚਦਾ ਉਸ ਤੇ ਬ੍ਰੇਕ ਐਕਟ ਕਰਦੀ ਹੈ, ਪਹਿਲੀ ਬ੍ਰੇਕ ਐਕਟ ਕਰਦੀ ਹੈ ਜੋ ਕਿ ਉਸਦੀ ਪਹਿਲੀ ਥੋੜੀ ਸਪੀਡ ਨੂੰ ਰਿਡਿਊਸ ਕਰ ਦਿੰਦੀ ਹੈ, ਸਲੋ ਕਰ ਦਿੰਦੀ ਹੈ। ਫਿਰ ਫੀਲਰ ਐਕਟ ਕਰਦਾ ਹੈ ਜੋ ਕਿ ਇੱਕ ਤਰ੍ਹਾਂ ਦਾ ਸੈਂਸਰ ਹੁੰਦਾ ਕਿ ਉਹ ਮੇਨਲੀ ਸੈਂਸ ਕਰਦਾ ਕਿ ਜਿਹੜਾ ਸਾਡਾ ਪ੍ਰੋਜੈਕਟਾਈਲ ਹੈ ਉਹ ਸਾਈਡ ਤੇ ਪਹੁੰਚਿਆ ਕਿ ਨਹੀਂ ਪਹੁੰਚਿਆ। ਫਿਰ ਉਸ ਤੋਂ ਬਾਅਦ ਸੈਕਿੰਡ ਬ੍ਰੇਕ ਐਕਟ ਕਰਦੀ ਹੈ ਤੇ ਇਹ ਜਿਹੜਾ ਪ੍ਰੋਜੈਕਟਾਈਲ ਹੈ ਇਹ ਨਾਇਲਨ ਸ਼ੀਟ ਦੇ ਉੱਤੇ ਮੂਵ ਕਰਦਾ ਹੈ। ਇਹ ਅਸੀਂ ਫੋਰਥ ਸਟੇਜ ਤੇ ਅਸੀਂ ਕੀ ਦੇਖ ਪਾ ਰਹੇ ਹਾਂ ਕਿ ਜਿਹੜਾ ਸਾਡਾ ਪ੍ਰੋਜੈਕਟਾਈਲ ਹੈ ਉਹ ਤੁਹਾਨੂੰ ਦੱਸਿਆ ਕਿ ਥਰਡ ਸਟੇਜ ਤੇ ਬਹੁਤ ਜ਼ਿਆਦਾ ਅੱਗੇ ਨੂੰ ਮੂਵਮੈਂਟ ਲੈ ਜਾਂਦਾ, ਫਿਰ ਉਹ ਥੋੜੀ ਬੈਕਵਰਡ ਪੋਜੀਸ਼ਨ ਤੇ ਆਉਂਦਾ। ਜੋ ਹੀ ਪ੍ਰੋਜੈਕਟਾਈਲ ਬੈਕਵਰਡ ਪੋਜੀਸ਼ਨ ਵੱਲ ਆਉਂਦਾ ਤਾਂ ਸਾਡਾ ਜਿਹੜਾ ਟੈਂਸ਼ਨ ਕੰਪਨਸੇਟਰ ਹੈ ਉਹ ਸਲਾਈਟਲੀ ਉੱਤੇ ਨੂੰ ਰੇਜ਼ ਕਰਨਾ ਸ਼ੁਰੂ ਕਰ ਦਿੰਦਾ, ਉੱਤੇ ਨੂੰ ਮੂਵ ਕਰਨਾ ਸ਼ੁਰੂ ਕਰਦਾ, ਸਲਾਈਟਲੀ ਰੇਜ਼ ਉੱਤੇ ਨੂੰ ਮੂਵ। ਪਹਿਲੇ ਲੀਨਰ ਪੋਜੀਸ਼ਨ ਤੇ ਆ ਗਿਆ ਥਰਡ ਸਟੇਜ ਤੇ। ਚੌਥੀ ਸਟੇਜ ਤੇ ਕਿਉਂਕਿ ਪ੍ਰੋਜੈਕਟਾਈਲ ਸਾਡਾ ਬੈਕਵਰਡ ਪੋਜੀਸ਼ਨ ਵੱਲ ਮੂਵ ਕੀਤਾ ਹੈ, ਵੈਫਟ ਦੇ ਧਾਗੇ ਤੇ ਟੈਂਸ਼ਨ ਘਟਦੀ ਹੈ, ਇਸ ਕਰਕੇ ਇਹ ਸਾਡਾ ਜਿਹੜਾ ਟੈਂਸ਼ਨਲ ਕੰਪਨਸੇਟਰ ਹੈ ਇਹ ਹਲਕਾ ਜਿਹਾ ਉੱਤੇ ਨੂੰ ਮੂਵ ਕਰਨਾ ਸ਼ੁਰੂ ਕਰ ਦਿੰਦਾ। ਪੰਜਵੀਂ ਸਟੇਜ ਤੇ ਅਸੀਂ ਕੀ ਦੇਖ ਪਾ ਰਹੇ ਹਾਂ ਤੇ ਨਾਲ ਹੀ ਚੌਥੀ ਸਟੇਜ ਤੇ ਜਿਹੜਾ ਸਾਡਾ ਫੀਡਰ ਹੈ ਉਹ ਅੱਗੇ ਨੂੰ ਮੂਵ ਕਰਨਾ ਸ਼ੁਰੂ ਕਰ ਦਿੰਦਾ ਹੈ, ਅੱਗੇ ਨੂੰ ਮੂਵ ਕਰਦਾ ਹੈ। ਠੀਕ ਹੈ, ਪੰਜਵੀਂ ਸਟੇਜ ਤੇ ਕੀ ਹੈ ਕਿ ਜਿਹੜਾ ਸਾਡਾ ਫੀਡਰ ਹੈ ਉਹ ਕਟਰ ਦੇ ਕੋਲ ਫਾਰਵਰਡ ਪੋਜੀਸ਼ਨ ਤੇ ਪਹੁੰਚ ਜਾਂਦਾ ਹੈ। ਇਹ ਮਸ਼ੀਨ ਦੇ ਦੋਨਾਂ ਸਾਈਡ ਤੇ ਕਟਰ ਲੱਗੇ ਹੁੰਦੇ ਨੇ। ਠੀਕ ਹੈ, ਇਹ ਕਟਰ ਕੀ ਹੈ ਵੈਫਟ ਦਾ ਧਾਗਾ ਕੱਟ ਦਿੰਦੇ ਨੇ। ਇਸ ਪੋਜੀਸ਼ਨ ਤੋਂ ਜਦੋਂ ਵੈਫਟ ਦਾ ਧਾਗਾ ਕੱਟਦੇ ਨੇ ਤੇ ਇਹ ਫੀਡਰ ਕੀ ਹੈ ਇਸ ਵੈਫਟ ਦੇ ਧਾਗੇ ਨੂੰ ਇੱਥੋਂ ਗ੍ਰਿਪ ਕਰ ਲੈਂਦਾ ਤੇ ਜਿਹੜਾ ਅੱਗੇ ਵਾਲਾ ਯੂਨਿਟ ਹੈ ਉਸ ਨੂੰ ਗ੍ਰਿਪਰ ਵੈਫਟ ਦੇ ਧਾਗੇ ਨੂੰ ਜਿਹੜਾ ਕੱਟਿਆ ਹੋਇਆ ਵੈਫਟ ਦਾ ਧਾਗਾ ਜਿਹੜਾ ਕੱਪੜੇ ਦੇ ਨਾਲ ਹੈ ਫ੍ਰਿੰਜ ਉਸ ਨੂੰ ਗ੍ਰਿਪ ਕਰ ਲੈਂਦਾ। 6ਵੀਂ ਸਟੇਜ ਤੇ ਅਸੀਂ ਕੀ ਦੇਖ ਪਾ ਰਹੇ ਹਾਂ ਕਿ ਫੀਡਰ ਵੈਫਟ ਦਾ ਧਾਗਾ ਫੜ ਕੇ ਵਾਪਸ ਆਪਣੀ ਇਨੀਸ਼ੀਅਲ ਪੋਜੀਸ਼ਨ ਤੇ ਆ ਗਿਆ ਤੇ ਜਿਹੜਾ ਗ੍ਰਿਪਰ ਨੇ ਧਾਗਾ ਫੜਿਆ ਸੀ ਉਹ ਟਕਿੰਗ ਨੀਡਲ ਨੇ ਲੈ ਕੇ ਉਸ ਨੂੰ ਸੈਲਵੇ ਦੇ ਵਿੱਚ ਵੀਵ ਕਰਤਾ ਤੇ ਸਾਡਾ ਫਾਈਨਲੀ ਕੱਪੜਾ ਬਣ ਜਾਂਦਾ। ਤੇ ਫਿਰ ਦੁਬਾਰਾ ਤੋਂ ਪਹਿਲੀ ਸਟੇਜ
छेवें तो फिर पहली स्टेज ਦਾ ਉਹੀ ਪ੍ਰੋਜੈਕਟਾਈਲ ਫਿਰ ਵਾਪਸ ਜਿਹੜਾ ਪਿੱਛੋਂ ਘੁੰਮ ਕੇ ਵਾਪਸ ਜਿਹੜਾ ਰਾਈਟ ਸਾਈਡ ਤੇ ਪ੍ਰੋਜੈਕਟਾਈਲ ਪਹੁੰਚ ਗਿਆ ਉਸ ਤੋਂ ਪਹਿਲੇ ਹੀ ਇੱਕ ਪ੍ਰੋਜੈਕਟਾਈਲ ਹੋਰ ਇੱਧਰ ਲੈਫਟ ਹੈਂਡ ਸਾਈਡ ਪਿਕਿੰਗ ਸਾਈਡ ਪਹੁੰਚ ਜਾਂਦਾ ਤਾਂ ਪ੍ਰੋਜੈਕਟਾਈਲ ਲਿਫਟਰ ਫਿਰ ਉਸੇ ਤਰ੍ਹਾਂ ਹੀ ਪ੍ਰੋਜੈਕਟਾਈਲ ਨੂੰ ਕਨਵੇਅਰ ਬੈਲਟ ਤੋਂ ਫੜੇਗਾ ਕਨਵੇਅਰ ਬੈਲਟ ਤੋਂ ਲੈ ਕੇ ਉਸ ਨੂੰ ਲਿਫਟ ਕਰੇਗਾ ਤਾਂ ਉਸ ਨੂੰ ਫੀਡਰ ਦੇ ਸਾਹਮਣੇ ਰੱਖੇਗਾ ਉਹ ਫੀਡਰ ਤੋਂ ਧਾਗਾ ਲੈ ਕੇ ਫਿਰ ਪਿਕ ਇਨਸਰਟ ਕਰੇਗਾ ਪਿਕ ਇਨਸਰਟ ਕਰਕੇ ਉਹ ਰਾਈਟ ਹੈਂਡ ਸਾਈਡ ਤੋਂ ਉੱਤੇ ਬ੍ਰੇਕ ਲੱਗੇਗੀ ਬ੍ਰੇਕ ਲੱਗਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਸਾਡਾ ਜਿਹੜਾ ਫੀਡਰ ਹੈਗਾ ਫਰਦਰ ਫਾਰਵਰਡ मूव करेगा कटर धागा कटेगा ठीक है नाल ही जिहड़ा साडा फीडर है वो बैठ धागा इत्थों ग्रिप कर लेगा जिहड़ा राइट हैंड साइड ते जिहड़ा कट्टिया धागा है वो की है टकिंग नीडल उसनूं सैलवे दे विच वीव कर देगी इस तरह साडा ये वाला जिहड़ा पिक साइकिल है उनका प्रोजेक्टाइल एंड द ग्रिपर नूं मूव चलदा रहिंदा है सो ऐ सी साडा वेब इंसरशन साइकिल ऑफ द ग्रिपर एंड द प्रोजेक्टाइल नूं तुहानूं ये 6 स्टेजेस एक्सप्लेन करने पैनी है पहली स्टेज ते की काम हो रहा है दूजी स्टेज ते की काम हो रहा है थर्ड स्टेज ते की काम हो रहा है चौथी स्टेज ते की एक्शन हो रहा है पंजवीं स्टेज ते की एक्शन हो रहा है ते छेवीं स्टेज ते की एक्शन हो रहा है जो डायग्राम दे विच एक्शन हो रहा है वो तुहानूं एक्सप्लेन करना है नैक्सट मैं तुहानूं थोड़ी फिगर दिखाना चाहांगा कि जिहड़ा प्रोजेक्टाइल है वो किस तरह वेब ते धागे नूं लैके शेड दे विचों जांदा है देखो यह प्रोजेक्टाइल हुंदा है दिस इज योर प्रोजेक्टाइल इसने वेब ते धागा फड़े दा है तुहाडा देखो दिस इज योर वेफ्टिया यह तुहाडा प्रोजेक्टाइल है यह प्रोजेक्टाइल दे इस पोजीशन ते जो जॉज लगे हुंदे ने दो पॉइंट लगे होंगे जो जॉज होंगे जोड़ा कि वेफ्ट के धागे ग्रिप कर लेंगे ने ते दिस इज योर शेड यह डिवाइडेड वार्प होंगे जिहदे ए वाला प्रोजेक्टाइल मूव होंगे यह जो प्रोजेक्टाइल है ये गाइड लगे होंगे ने देखो यह गाइड होंगे ने रिब्ड गाइड इस गाइड के विचों जांदा सीधा ये सारी मशीन की विड्थ ते लगे होंगे ने वाले गाइड्स ਤੇ इस गाइड ਦੇ ਵਿੱਚੋਂ ਇਹ ਵਾਲਾ ਪ੍ਰੋਜੈਕਟਾਈਲ ਫਰੋਮ ਲੈਫਟ ਹੈਂਡ ਸਾਈਡ ਤੋਂ ਰਾਈਟ ਹੈਂਡ ਸਾਈਡ ਵੱਲ ਮੂਵ ਕਰਦਾ ਹੈ ਤੇ ਇਹ ਜਿਹੜੇ ਗਾਈਡ ਹੁੰਦੇ ਨੇ ਸਾਰੀ ਮਸ਼ੀਨ ਵਿਡਥ ਦੇ ਉੱਤੇ ਲੱਗੇ ਹੁੰਦੇ ਨੇ ਐਂਡ ਦਿਸ ਇਜ਼ ਯੋਰ ਗ੍ਰਿਪਰ ਕਟਰ ਜਦੋਂ ਧਾਗਾ ਕੱਢਦਾ ਤੇ ਇਹ ਗ੍ਰਿਪ ਦੇਖੋ ਇਹ ਗ੍ਰਿਪ ਧਾਗੇ ਨੂੰ ਪਹਿਲੇ ਆਪਣੇ ਵੱਲ ਪਕੜ ਲੈਂਦਾ ਜੋ ਹੀ ਇਹ ਪਕੜਦਾ ਤੇ ਇਹ ਦੇਖੋ ਬਾਟਮ ਤੇ ਇੱਕ ਟਕਿੰਗ ਨੀਡਲ ਹੈ ਦਿਸ ਇਜ਼ ਯੋਰ ਟਕਿੰਗ ਨੀਡਲ ਇਹ ਟਕਿੰਗ ਨੀਡਲ ਹੈ ਇਹ ਟਕਿੰਗ ਨੀਡਲ ਆਉਂਦੀ ਹੈ ਤੇ ਇਸ ਗ੍ਰਿਪਰ ਤੋਂ ਧਾਗਾ ਲੈ ਕੇ ਉਸ ਨੂੰ ਸੈਲਵੇ ਦੇ ਵਿੱਚ ਕੀ ਹੈ ਵੀਵ ਕਰਦਾ पैसेज ऑफ प्रोजेक्टाइल टू द गाइड ਇਹੋ ਜਿਹੇ ਗਾਈਡ ਹੁੰਦੇ ਆ ਦੇਖੋ ਇਸ ਗਾਈਡ ਦੇ ਵਿੱਚੋਂ ਪ੍ਰੋਜੈਕਟਾਈਲ ਪਾਸ ਹੁੰਦਾ ਜਿਸ ਤਰ੍ਹਾਂ ਤੁਹਾਨੂੰ ਲਾਸਟ ਫਿਗਰ ਦੇ ਵਿੱਚ ਵੀ ਮੈਂ ਸ਼ੋ ਕੀਤਾ ਕਿ ਆਹ ਦੇਖੋ ਇਹ ਪ੍ਰੋਜੈਕਟਾਈਲ ਜਿਹੜਾ ਇਸ ਗਾਈਡ ਦੇ ਵਿੱਚੋਂ ਪਾਸ ਹੁੰਦਾ ਤੇ ਇਹ ਫੁੱਲ ਵਿਡਥ ਦੇ ਉੱਤੇ ਲੱਗੇ ਹੁੰਦੇ ਨੇ ਨੈਕਸਟ ਹੈ ਐਡਵਾਂਟੇਜ ਆਫ ਦਾ ਪ੍ਰੋਜੈਕਟਾਈਲ ਲੂਮ ਦੀ ਐਡਵਾਂਟੇਜ ਕੀ ਹੈ ਇਟ ਇਜ਼ ਹਾਈ ਲੇਬਰ ਐਂਡ ਮਸ਼ੀਨ ਪ੍ਰੋਡਕਟਿਵਿਟੀ लेबर की प्रोडक्टिविटी ज़्यादा होती है मशीन की प्रोडक्टिविटी ज़्यादा होती है ड्यू टू हाई स्पीड एंड वाइडर विड्थ ऑफ द लूम क्योंकि इस मशीन की स्पीड ज़्यादा होती है तो विड्थ भी ज़्यादा होती है रिड्यूस लेबर कॉस्ट ड्यू टू हाई एलोकेशन ऑफ लूम एंड प्रोडक्टिविटी सानू लेबर कॉस्ट घट पाती है क्योंकि असी एक वर्कर को नंबर ऑफ मशीन ज़्यादा दे सकते हैं क्योंकि यह मशीन जी हाई स्पीड से काम करती है इस करके ब्रेक रेट भी कंट्रोल च होंदा है इस करके नंबर ऑफ मशीन असी एक वर्कर को ज़्यादा दे सकते हैं जिस करके साडी लेबर कॉस्ट घटती है डिफेक्ट फ्री क्लॉथ फॉर लॉन्गर लेंथ डिफेक्ट फ्री क्लॉथ होंदा है ठीक है उस तो बाद की है बैटर इन्वायरमेंट ड्यू टू लैस नॉइस लैवल वधिया इन्वायरमेंट प्रोवाइड करता क्योंकि इसका नॉइस लैवल भी घट होंदा है लैस स्पेस रिक्वायरमेंट इस मशीन वास्ते जी स्पेस रिक्वायरमेंट पर मीटर है वो भी सानू घट चाहिए है मोर कलर्स इन वेब डायरेक्शन बाय पिक एंड पिक मैथड असी इस मशीन के द्वारा असी मोर नंबर ऑफ कलर एज ए वेब कपड़े च इंसर्ट कर सकते हैं ठीक है सो ये इज दी सर्टन एडवांटेजेस है इस प्रोजेक्टाइल लूम की मैंने उम्मीद है कि तुहानू मेरे वालों दिता है लेक्चर समझ आ गया होगा अगर किसी भी तरह की कोई कन्फ्यूजन होएगी तो तुसीं मैनूं दस सकते हो थैंक यू।